ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਤੁਹਾਡੀ ਆਪਣੀ ਮੈਂਟਰ ਵਾਈਜੀ ਕੋਚਿੰਗ ਤੋਂ। ਸਤਿ ਸ੍ਰੀ ਅਕਾਲ ਜੀ। ਕਦੇ ਸੋਚਿਆ ਹੈ ਕਿ ਸਾਡੀ ਗੱਡੀ ਵਿੱਚ 1 ਮੀਟਰ ਦੱਸਦਾ ਹੈ ਕਿ ਅਸੀਂ ਹੁਣ ਕਿੰਨੀ ਤੇਜ਼ ਚੱਲ ਰਹੇ ਹਾਂ ਤੇ ਦੂਜਾ ਦੱਸਦਾ ਹੈ ਕਿ ਅਸੀਂ ਹੁਣ ਤੱਕ ਕਿੰਨਾ ਸਫ਼ਰ ਕਰ ਲਿਆ? ਜਾਂ ਇਹ ਕਿ ਜੁੱਤੀਆਂ ਸਾਨੂੰ ਤੁਰਨ ਵਿੱਚ ਮਦਦ ਕਿਉਂ ਕਰਦੀਆਂ ਨੇ, ਪਰ ਉਹੀ ਇੱਕ ਚੀਜ਼ ਮਸ਼ੀਨਾਂ ਨੂੰ ਕਸਾ ਵੀ ਦਿੰਦੀ ਹੈ? ਅੱਜ ਅਸੀਂ NCERT ਵਿਗਿਆਨ ਦੀਆਂ ਕਿਤਾਬਾਂ ਦੇ ਜ਼ਰੀਏ ਆਪਣੇ ਆਲੇ-ਦੁਆਲੇ ਦੀ ਦੁਨੀਆ ਦੇ ਇਹਨਾਂ ਲੁਕੇ ਹੋਏ ਨਿਯਮਾਂ ਨੂੰ ਸਮਝਾਂਗੇ। ਇਹ ਸਫ਼ਰ ਗਤੀ ਤੇ ਬਲ ਤੋਂ ਸ਼ੁਰੂ ਹੋ ਕੇ ਸਪੇਸ ਦੇ ਅਜੂਬਿਆਂ ਤੱਕ ਜਾਵੇਗਾ। ਚਲੋ ਫਿਰ ਸ਼ੁਰੂ ਕਰਦੇ ਹਾਂ। ਆਪਣੀ ਗੱਡੀ ਦੇ ਡੈਸ਼ਬੋਰਡ ਬਾਰੇ ਸੋਚੋ। ਉੱਥੇ 2 ਮੀਟਰ ਹੁੰਦੇ ਨੇ, ਇੱਕ ਉਹ ਜਿਸ ਦੀ ਸੂਈ 0 ਤੋਂ 100 ਤੱਕ ਜਾਂਦੀ ਹੈ ਅਤੇ ਦੂਜਾ ਉਹ ਜਿਸ ਤੇ ਨੰਬਰ ਲਗਾਤਾਰ ਵੱਧਦਾ ਰਹਿੰਦਾ ਹੈ। ਦੇਖਣ ਨੂੰ ਇਹ ਇੱਕੋ ਜਿਹੇ ਲੱਗ ਸਕਦੇ ਨੇ, ਪਰ ਫਿਜ਼ਿਕਸ ਦੀ ਦੁਨੀਆ ਵਿੱਚ ਇਹ ਦੋ ਬਿਲਕੁਲ ਵੱਖਰੀਆਂ ਕਹਾਣੀਆਂ ਦੱਸਦੇ ਨੇ। ਆਓ ਅੱਜ ਇਸੇ ਰਾਜ਼ ਤੋਂ ਪਰਦਾ ਚੁੱਕਦੇ ਹਾਂ। ਸੈਕਸ਼ਨ 1 ਗਤੀ, ਬਲ ਅਤੇ ਰਗੜ। ਸਾਡਾ ਪਹਿਲਾ ਪੜਾਅ ਹੈ ਗਤੀ, ਬਲ ਅਤੇ ਰਗੜ ਦੀ ਦੁਨੀਆ। ਤੇ ਯਕੀਨ ਮੰਨੋ, ਕਾਰ ਦਾ ਉਹ ਡੈਸ਼ਬੋਰਡ ਹੀ ਸਾਡੀ ਪਹਿਲੀ ਬੁਝਾਰਤ ਨੂੰ ਸੁਲਝਾਉਣ ਦੀ ਚਾਬੀ ਹੈ। ਤਾਂ ਉਹ ਸੂਈ ਜੋ ਸਾਨੂੰ ਦੱਸਦੀ ਹੈ ਕਿ ਅਸੀਂ ਠੀਕ ਉਸੇ ਪਲ ਕਿੰਨੀ ਤੇਜ਼ੀ ਨਾਲ ਚੱਲ ਰਹੇ ਹਾਂ, ਉਹ ਹੈ ਸਪੀਡੋਮੀਟਰ। ਇਹ ਮਾਪਦਾ ਹੈ ਸਾਡੀ ਤਤਕਾਲੀ ਚਾਲ, ਯਾਨੀ ਕਿ ਇਨਸਟੈਂਟੇਨੀਅਸ ਸਪੀਡ। ਦੂਜੇ ਪਾਸੇ ਉਹ ਮੀਟਰ ਜੋ ਸਾਡਾ ਕੁੱਲ ਸਫ਼ਰ ਦਰਜ ਕਰਦਾ ਹੈ, ਉਸ ਨੂੰ ਕਹਿੰਦੇ ਨੇ ਓਡੋਮੀਟਰ। ਇਹ ਤੈਅ ਕੀਤੀ ਗਈ ਦੂਰੀ ਯਾਨੀ ਡਿਸਟੈਂਸ ਨੂੰ ਮਾਪਦਾ ਹੈ। ਇਸ ਨੂੰ ਇੰਜ ਸਮਝੋ, ਸਪੀਡੋਮੀਟਰ ਇੱਕ ਫੋਟੋ ਹੈ ਜੋ ਹੁਣ ਦੀ ਗੱਲ ਕਰਦਾ ਹੈ, ਜਦਕਿ ਓਡੋਮੀਟਰ ਇੱਕ ਪੂਰੀ ਫਿਲਮ ਹੈ ਜੋ ਸ਼ੁਰੂ ਤੋਂ ਹੁਣ ਤੱਕ ਦੀ ਸਾਰੀ ਕਹਾਣੀ ਦੱਸਦੀ ਹੈ। ਪਰ ਕੋਈ ਵੀ ਚੀਜ਼ ਆਪਣੇ ਆਪ ਤਾਂ ਹਿਲਦੀ ਨਹੀਂ, ਠੀਕ ਹੈ ਨਾ? ਚੀਜ਼ਾਂ ਨੂੰ ਹਿਲਾਉਣ ਲਈ ਜੋ ਚੀਜ਼ ਚਾਹੀਦੀ ਹੈ ਉਸ ਨੂੰ ਕਹਿੰਦੇ ਨੇ ਬਲ, ਯਾਨੀ ਕਿ ਫੋਰਸ। ਬਹੁਤ ਹੀ ਸਧਾਰਨ ਸ਼ਬਦਾਂ ਵਿੱਚ ਕਿਸੇ ਚੀਜ਼ ਨੂੰ ਧੱਕਣਾ ਜਾਂ ਖਿੱਚਣਾ ਹੀ ਬਲ ਹੈ। ਸਮਝੋ ਕਿ ਇਹ ਇੱਕ ਅਜਿਹਾ ਅਧਿਕ ਹੱਥ ਹੈ ਜੋ ਚੀਜ਼ਾਂ ਨੂੰ ਗਤੀ ਦਿੰਦਾ ਹੈ, ਰੋਕਦਾ ਹੈ ਜਾਂ ਫਿਰ ਉਹਨਾਂ ਦਾ ਰਸਤਾ ਹੀ ਬਦਲ ਦਿੰਦਾ ਹੈ। ਅੱਛਾ, ਹੁਣ ਇਹ ਦੇਖੋ ਕਿ ਸਾਰੇ ਬਲ ਇੱਕੋ ਜਿਹੇ ਨਹੀਂ ਹੁੰਦੇ। ਇਹਨਾਂ ਦੇ 2 ਵੱਡੇ ਪਰਿਵਾਰ ਹਨ। ਪਹਿਲਾ ਪਰਿਵਾਰ ਹੈ ਸੰਪਰਕ ਬਲ, ਯਾਨੀ ਕੰਟੈਕਟ ਫੋਰਸਸ, ਜਿਨ੍ਹਾਂ ਲਈ ਛੂਣਾ ਬਹੁਤ ਜ਼ਰੂਰੀ ਹੈ, ਜਿਵੇਂ ਦਰਵਾਜ਼ਾ ਧੱਕਣ ਲਈ ਸਾਡਾ ਪੇਸ਼ੀ ਬਲ ਯਾਨੀ ਮਸਕੂਲਰ ਫੋਰਸ, ਜਾਂ ਫਿਰ ਗੇਂਦ ਨੂੰ ਰੋਕਣ ਵਾਲਾ ਰਗੜ ਬਲ ਯਾਨੀ ਫ੍ਰਿਕਸ਼ਨਲ ਫੋਰਸ। ਦੂਜਾ ਪਰਿਵਾਰ ਥੋੜਾ ਜਾਦੂਈ ਲੱਗਦਾ ਹੈ। ਇਹਨੇ ਗੈਰ ਸੰਪਰਕ ਬਲ ਯਾਨੀ ਨਾਨ ਕੰਟੈਕਟ ਫੋਰਸਸ, ਜੋ ਬਿਨਾਂ ਛੂਏ ਹੀ ਦੂਰੋਂ ਕੰਮ ਕਰਦੇ ਹਨ, ਜਿਵੇਂ ਇੱਕ ਚੁੰਬਕ ਦਾ ਲੋਹੇ ਨੂੰ ਖਿੱਚਣਾ ਜਾਂ ਸਿਰ 'ਚ ਕੰਘੀ ਫੇਰਨ ਤੋਂ ਬਾਅਦ ਉਸ ਦਾ ਕਾਗਜ਼ ਦੇ ਟੁਕੜਿਆਂ ਨੂੰ ਚੁੱਕਣਾ, ਅਤੇ ਸਭ ਤੋਂ ਵੱਡਾ ਗੁਰੂਤਾਕਰਸ਼ਣ ਬਲ ਯਾਨੀ ਗ੍ਰੈਵਿਟੇਸ਼ਨਲ ਫੋਰਸ, ਜਿਸ ਨੇ ਸਾਨੂੰ ਸਾਰਿਆਂ ਨੂੰ ਜ਼ਮੀਨ ਤੇ ਟਿਕਾ ਕੇ ਰੱਖਿਆ ਹੋਇਆ ਹੈ। ਵਿਦਿਆਰਥੀਓ, ਜੇਕਰ ਤੁਹਾਨੂੰ ਸਾਡੀਆਂ ਇਹ ਕਲਾਸਾਂ ਪਸੰਦ ਆ ਰਹੀਆਂ ਹਨ ਤਾਂ ਯਕੀਨ ਮੰਨੋ ਤੁਹਾਨੂੰ ਸਾਡੀ ਮੌਕ ਟੈਸਟ ਸੀਰੀਜ਼ ਵੀ ਬਹੁਤ ਪਸੰਦ ਆਵੇਗੀ। ਇਸ ਦੇ ਕੁਝ ਸੈਂਪਲ ਦੇਖਣ ਲਈ ਸਾਡੇ ਟੈਲੀਗ੍ਰਾਮ ਚੈਨਲ ਤੇ ਜਾਓ, ਜਿਸ ਦਾ ਲਿੰਕ ਤੁਹਾਨੂੰ ਹੇਠਾਂ ਡਿਸਕ੍ਰਿਪਸ਼ਨ ਅਤੇ ਪਿਨ ਕੀਤੇ ਕਮੈਂਟ ਸੈਕਸ਼ਨ ਵਿੱਚ ਮਿਲ ਜਾਵੇਗਾ। ਆਓ ਹੁਣ ਰਗੜ ਬਾਰੇ ਥੋੜੀ ਹੋਰ ਗੱਲ ਕਰੀਏ। ਇਸ ਨੂੰ ਸਮਝਣ ਦਾ ਇੱਕ ਬਹੁਤ ਵਧੀਆ ਤਰੀਕਾ ਹੈ। ਸੋਚੋ ਕਿ ਰਗੜ ਗਤੀ ਤੇ ਲੱਗਣ ਵਾਲਾ ਇੱਕ ਯੂਨੀਵਰਸਲ ਟੈਕਸ ਹੈ। ਤੁਸੀਂ ਕੋਈ ਵੀ ਕੰਮ ਇਸ ਤੋਂ ਬਿਨਾਂ ਕਰ ਨਹੀਂ ਸਕਦੇ ਤੇ ਤੁਹਾਨੂੰ ਹਮੇਸ਼ਾ ਇਸ ਦੀ ਕੀਮਤ ਚੁਕਾਉਣੀ ਹੀ ਪੈਂਦੀ ਹੈ। ਇੱਕ ਬਹੁਤ ਹੀ ਸ਼ਕਤੀਸ਼ਾਲੀ ਵਿਚਾਰ ਹੈ, ਕਿਉਂਕਿ ਇਹ ਰਗੜ ਦੇ ਦੋਹਰੇ ਸੁਭਾਅ ਨੂੰ ਸਾਹਮਣੇ ਲਿਆਉਂਦਾ ਹੈ। ਤਾਂ ਇਹ ਟੈਕਸ ਸਾਡਾ ਦੋਸਤ ਵੀ ਹੈ ਤੇ ਸਾਡਾ ਦੁਸ਼ਮਣ ਵੀ। ਦੋਸਤ ਕਿਵੇਂ? ਕਿਉਂਕਿ ਇਸੇ ਰਗੜ ਕਰਕੇ ਅਸੀਂ ਤੁਰ ਸਕਦੇ ਹਾਂ, ਗੱਡੀਆਂ ਦੀਆਂ ਬ੍ਰੇਕਾਂ ਲੱਗਦੀਆਂ ਹਨ ਤੇ ਅਸੀਂ ਪੈਨ ਨਾਲ ਲਿਖ ਵੀ ਸਕਦੇ ਹਾਂ। ਪਰ ਇਹੀ ਸਾਡਾ ਦੁਸ਼ਮਣ ਵੀ ਹੈ, ਕਿਉਂਕਿ ਇਹ ਮਸ਼ੀਨਾਂ ਵਿੱਚ ਊਰਜਾ ਬਰਬਾਦ ਕਰਦਾ ਹੈ, ਉਹਨਾਂ ਦੇ ਪੁਰਜ਼ਿਆਂ ਨੂੰ ਕਸਾਉਂਦਾ ਹੈ ਅਤੇ ਸਾਨੂੰ ਇਸ ਨਾਲ ਲੜਨ ਲਈ ਲਗਾਤਾਰ ਹੋਰ ਤਾਕਤ ਲਗਾਉਣੀ ਪੈਂਦੀ ਹੈ। ਤਾਂ ਫਿਰ ਇੰਜੀਨੀਅਰ ਇਸ ਟੈਕਸ ਨੂੰ ਮੈਨੇਜ ਕਿਵੇਂ ਕਰਦੇ ਹਨ? ਜੇ ਇਸ ਨੂੰ ਘਟਾਉਣਾ ਹੋਵੇ ਤਾਂ ਉਹ ਤੇਲ ਜਾਂ ਗਰੀਸ ਵਰਗੇ ਲੁਬਰੀਕੈਂਟਸ ਜਾਂ ਬਾਲ ਬੇਰਿੰਗ ਦੀ ਵਰਤੋਂ ਕਰਦੇ ਹਨ, ਤੇ ਸਭ ਤੋਂ ਜ਼ਰੂਰੀ ਪਹੀਆਂ ਦੀ। ਜਦੋਂ ਕੋਈ ਚੀਜ਼ ਖਿਸਕਣ ਦੀ ਬਜਾਏ ਲੁੜਕਦੀ ਹੈ ਤਾਂ ਰਗੜ ਬਹੁਤ ਘਟ ਜਾਂਦੀ ਹੈ। ਇਸ ਨੂੰ ਕਹਿੰਦੇ ਹਨ ਲੋਟਰਿੰਗ ਰਗੜ, ਯਾਨੀ ਕਿ ਰੋਲਿੰਗ ਫ੍ਰਿਕਸ਼ਨ। ਇਹੀ ਕਾਰਨ ਹੈ ਕਿ ਭਾਰੀ ਸੂਟਕੇਸਾਂ ਦੇ ਥੱਲੇ ਪਹੀਏ ਲਗਾਏ ਜਾਂਦੇ ਨੇ। ਤੇ ਜੇ ਰਗੜ ਵਧਾਉਣੀ ਹੋਵੇ ਤਾਂ ਸਤ੍ਹਾ ਨੂੰ ਖੁਰਦਰਾ ਬਣਾਇਆ ਜਾਂਦਾ ਹੈ, ਜਿਵੇਂ ਕਿ ਗੱਡੀਆਂ ਦੇ ਟਾਇਰਾਂ ਜਾਂ ਸਾਡੀਆਂ ਜੁੱਤੀਆਂ ਦੇ ਸੋਲ। ਹੁਣ ਤੱਕ ਅਸੀਂ ਦੇਖਿਆ ਕਿ ਬਲ ਉਦੋਂ ਕਿਵੇਂ ਕੰਮ ਕਰਦੇ ਹਨ ਜਦੋਂ ਚੀਜ਼ਾਂ ਇੱਕ ਦੂਜੇ ਨੂੰ ਛੂੰਹਦੀਆਂ ਹਨ। ਪਰ ਹੁਣ ਅਸੀਂ ਉਹਨਾਂ ਬਲਾਂ ਦੀ ਗੱਲ ਕਰਾਂਗੇ ਜੋ ਅਧਿਕ ਹਨ, ਜਿਵੇਂ ਕਿ ਦਬਾਅ ਅਤੇ ਉਹ ਜਾਦੂਈ ਬਲ ਜੋ ਬਿਨਾਂ ਛੂਏ ਹੀ ਆਪਣਾ ਅਸਰ ਦਿਖਾਉਂਦੇ ਹਨ। ਬਲ ਨਾਲ ਜੁੜੀ ਇੱਕ ਹੋਰ ਬਹੁਤ ਅਹਿਮ ਧਾਰਨਾ ਹੈ ਦਬਾਅ, ਯਾਨੀ ਕਿ ਪ੍ਰੈਸ਼ਰ। ਕਦੇ ਸੋਚਿਆ ਹੈ ਕਿ ਤੁਸੀਂ ਇੱਕੋ ਜਿੰਨੀ ਤਾਕਤ ਨਾਲ ਇੱਕ ਕਿੱਲ ਨੂੰ ਤਾਂ ਕੰਧ ਵਿੱਚ ਠੋਕ ਸਕਦੇ ਹੋ, ਪਰ ਆਪਣੀ ਹਥੇਲੀ ਨਾਲ ਉਹੀ ਜ਼ੋਰ ਲਗਾਉਣ ਤੇ ਕੁਝ ਨਹੀਂ ਹੁੰਦਾ? ਸਾਰੀ ਖੇਡ ਬਲ ਦੀ ਨਹੀਂ, ਸਗੋਂ ਖੇਤਰਫਲ ਯਾਨੀ ਏਰੀਆ ਦੀ ਹੈ। ਦਬਾਅ ਦਾ ਫਾਰਮੂਲਾ ਹੈ ਬਲ ਨੂੰ ਖੇਤਰਫਲ ਨਾਲ ਵੰਡੋ। ਕਿੱਲ ਦੀ ਤਿੱਖੀ ਨੋਕ ਤੇ ਸਾਰਾ ਦਾ ਸਾਰਾ ਬਲ ਇੱਕ ਬਹੁਤ ਹੀ ਛੋਟੇ ਖੇਤਰ ਤੇ ਲੱਗਦਾ ਹੈ, ਜਿਸ ਨਾਲ ਇੰਨਾ ਜ਼ਿਆਦਾ ਦਬਾਅ ਪੈਂਦਾ ਹੈ ਕਿ ਉਹ ਕੰਧ ਵਿੱਚ ਆਸਾਨੀ ਨਾਲ ਚਲੀ ਜਾਂਦੀ ਹੈ। ਇਹ ਸਿਧਾਂਤ ਸਾਡੇ ਆਲੇ ਦੁਆਲੇ ਹਰ ਜਗ੍ਹਾ ਹੈ।
ਸਕੂਲ ਬੈਗ ਦੀਆਂ ਪੱਟੀਆਂ ਚੌੜੀਆਂ ਕਿਉਂ ਹੁੰਦੀਆਂ ਨੇ? ਇਸ ਦੇ ਪਿੱਛੇ ਵੀ ਇਹੀ ਵਿਗਿਆਨ ਹੈ। ਜੇ ਪੱਟੀਆਂ ਪਤਲੀਆਂ ਹੋਣ ਤਾਂ ਸਾਰਾ ਭਾਰ ਇੱਕ ਛੋਟੇ ਜਿਹੇ ਖੇਤਰ ਤੇ ਪਵੇਗਾ ਤੇ ਮੋਢਿਆਂ ਤੇ ਦਬਾਅ ਬਹੁਤ ਜ਼ਿਆਦਾ ਹੋਵੇਗਾ, ਪਰ ਪੱਟੀਆਂ ਨੂੰ ਚੌੜਾ ਕਰਨ ਨਾਲ ਉਹੀ ਭਾਰ ਜ਼ਿਆਦਾ ਖੇਤਰਫਲ ਤੇ ਫੈਲ ਜਾਂਦਾ ਹੈ, ਜਿਸ ਨਾਲ ਦਬਾਅ ਘਟ ਜਾਂਦਾ ਹੈ ਅਤੇ ਬੈਗ ਚੁੱਕਣਾ ਕਿਤੇ ਜ਼ਿਆਦਾ ਆਸਾਨ ਹੋ ਜਾਂਦਾ ਹੈ। ਬਲ ਤੇ ਦਬਾਅ ਤੋਂ ਬਾਅਦ ਆਓ ਹੁਣ ਇੱਕ ਵੱਖਰੀ ਤਰ੍ਹਾਂ ਦੀ ਊਰਜਾ ਦੀ ਗੱਲ ਕਰੀਏ ਜੋ ਸਾਡੇ ਆਲੇ-ਦੁਆਲੇ ਹਰ ਪਲ ਮੌਜੂਦ ਹੈ, ਧੁਨੀ। ਅਸੀਂ ਜਾਣਦੇ ਹਾਂ ਕਿ ਇਹ ਕੰਪਨ ਯਾਨੀ ਵਾਈਬ੍ਰੇਸ਼ਨ ਨਾਲ ਪੈਦਾ ਹੁੰਦੀ ਹੈ ਤੇ ਇਸ ਨੂੰ ਚੱਲਣ ਲਈ ਹਵਾ ਜਾਂ ਪਾਣੀ ਵਰਗੇ ਮਾਧਿਅਮ ਦੀ ਲੋੜ ਹੁੰਦੀ ਹੈ। ਪਰ ਕੀ ਕਦੇ ਸੋਚਿਆ ਹੈ ਕਿ ਇੱਕ ਮੱਛਰ ਦੀ ਪਿਣਪਿਣਾਹਟ ਅਤੇ ਇੱਕ ਸ਼ੇਰ ਦੀ ਦਹਾੜ ਵਿੱਚ ਵਿਗਿਆਨਕ ਤੌਰ ਤੇ ਕੀ ਫਰਕ ਹੁੰਦਾ ਹੈ? ਇਸ ਦਾ ਰਾਜ਼ ਦੋ ਚੀਜ਼ਾਂ ਵਿੱਚ ਛੁਪਿਆ ਹੈ। ਪਹਿਲੀ ਚੀਜ਼ ਹੈ ਆਵਿਰਤੀ ਯਾਨੀ ਕਿ ਫ੍ਰੀਕੁਐਂਸੀ, ਜਿਸ ਨਾਲ ਆਵਾਜ਼ ਦਾ ਤਾਰਤਵ ਯਾਨੀ ਪਿਚ ਤੈਅ ਹੁੰਦਾ ਹੈ। ਕੰਪਨ ਜਿੰਨੀ ਤੇਜ਼ ਹੋਵੇਗੀ, ਆਵਾਜ਼ ਉਨੀ ਹੀ ਤਿੱਖੀ ਹੋਏਗੀ, ਜਿਵੇਂ ਮੱਛਰ ਦੀ ਪਿਣਪਿਣਾਹਟ। ਦੂਜੀ ਚੀਜ਼ ਹੈ ਆਯਾਮ ਯਾਨੀ ਐਂਪਲੀਟਿਊਡ, ਜੋ ਆਵਾਜ਼ ਦੀ ਪ੍ਰਬਲਤਾ ਯਾਨੀ ਲਾਊਡਨੈਸ ਤੈਅ ਕਰਦੀ ਹੈ। ਕੰਪਨ ਜਿੰਨੀ ਵੱਡੀ ਹੋਵੇਗੀ, ਆਵਾਜ਼ ਉਨੀ ਹੀ ਉੱਚੀ ਹੋਵੇਗੀ। ਇਸ ਨੂੰ ਅਸੀਂ ਡੈਸੀਬਲ ਵਿੱਚ ਮਾਪਦੇ ਹਾਂ। ਤੇ ਹਾਂ, ਇਹ ਯਾਦ ਰੱਖਣਾ ਜ਼ਰੂਰੀ ਹੈ ਕਿ 80 ਡੈਸੀਬਲ ਤੋਂ ਵੱਧ ਦਾ ਸ਼ੋਰ ਸਾਡੇ ਕੰਨਾਂ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਤੇ ਮਜ਼ੇ ਦੀ ਗੱਲ ਤਾਂ ਇਹ ਹੈ ਕਿ ਸਾਡੇ ਕੰਨ ਸਭ ਕੁਝ ਨਹੀਂ ਸੁਣਦੇ। ਸਾਡੇ ਆਲੇ-ਦੁਆਲੇ ਦੀ ਦੁਨੀਆ ਅਜਿਹੀਆਂ ਆਵਾਜ਼ਾਂ ਨਾਲ ਭਰੀ ਪਈ ਹੈ ਜੋ ਸਾਡੇ ਲਈ ਮੌਜੂਦ ਹੀ ਨਹੀਂ ਹਨ। ਮਨੁੱਖ ਸਿਰਫ 20 ਤੋਂ 20,000 ਹਰਟਜ਼ ਦੀ ਰੇਂਜ ਵਿੱਚ ਹੀ ਸੁਣ ਸਕਦੇ ਹਨ। ਇਸ ਤੋਂ ਉੱਪਰ ਦੀ ਧੁਨੀ ਨੂੰ ਪਰਾਸ਼ਰਵਯ ਯਾਨੀ ਅਲਟਰਾਸੋਨਿਕ ਕਹਿੰਦੇ ਹਨ, ਜਿਸ ਨੂੰ ਕੁੱਤੇ ਅਤੇ ਚਮਗਿੱਦੜ ਵਰਗੇ ਜੀਵ ਸੁਣ ਸਕਦੇ ਹਨ। ਅਤੇ ਇਸ ਤੋਂ ਹੇਠਾਂ ਦੀ ਧੁਨੀ, ਜਿਸ ਨੂੰ ਅਪਰਾਸ਼ਰਵਯ ਯਾਨੀ ਇਨਫਰਾਸੋਨਿਕ ਕਿਹਾ ਜਾਂਦਾ ਹੈ, ਉਸ ਨੂੰ ਹਾਥੀ ਅਤੇ ਵ੍ਹੇਲ ਮਹਿਸੂਸ ਕਰ ਸਕਦੇ ਹਨ। ਜਿਵੇਂ ਧੁਨੀ ਇੱਕ ਤਰੰਗ ਹੈ ਜਿਸ ਨੂੰ ਅਸੀਂ ਸੁਣਦੇ ਹਾਂ, ਉਸੇ ਤਰ੍ਹਾਂ ਪ੍ਰਕਾਸ਼ ਵੀ ਊਰਜਾ ਦਾ ਇੱਕ ਰੂਪ ਹੈ ਜਿਸ ਨੂੰ ਅਸੀਂ ਦੇਖਦੇ ਹਾਂ। ਇਹ ਤਾਂ ਅਸੀਂ ਸਾਰੇ ਜਾਣਦੇ ਹਾਂ ਕਿ ਪ੍ਰਕਾਸ਼ ਹਮੇਸ਼ਾ ਇੱਕ ਸਿੱਧੀ ਲਕੀਰ ਵਿੱਚ ਚੱਲਦਾ ਹੈ। ਤਾਂ ਫਿਰ ਸ਼ੀਸ਼ੇ ਅਤੇ ਲੈਂਜ਼ ਇਸ ਸਿੱਧੇ ਰਸਤੇ ਨੂੰ ਮੋੜ ਕੇ ਸਾਡੇ ਲਈ ਚਿੱਤਰ ਕਿਵੇਂ ਬਣਾ ਲੈਂਦੇ ਹਨ? ਆਓ ਇਸ ਰਹੱਸ ਨੂੰ ਸਮਝੀਏ। ਇਸ ਸਵਾਲ ਦਾ ਜਵਾਬ ਸ਼ੀਸ਼ੇ ਦੀ ਸ਼ਕਲ ਵਿੱਚ ਛੁਪਿਆ ਹੈ। ਇੱਕ ਹੁੰਦਾ ਹੈ ਅਵਤਲ ਦਰਪਣ ਯਾਨੀ ਕਿ ਕੌਨਕੇਵ ਮਿਰਰ। ਇਹ ਅੰਦਰ ਵੱਲ ਧੱਸਿਆ ਹੁੰਦਾ ਹੈ ਅਤੇ ਪ੍ਰਕਾਸ਼ ਦੀਆਂ ਕਿਰਨਾਂ ਨੂੰ ਇੱਕ ਬਿੰਦੂ ਤੇ ਇਕੱਠਾ ਕਰਦਾ ਹੈ ਯਾਨੀ ਕਨਵਰਜ ਕਰਦਾ ਹੈ। ਇਸੇ ਲਈ ਦੰਦਾਂ ਦੇ ਡਾਕਟਰ ਇਸ ਨੂੰ ਦੰਦਾਂ ਨੂੰ ਵੱਡਾ ਕਰਕੇ ਦੇਖਣ ਲਈ ਵਰਤਦੇ ਹਨ। ਇਸ ਦੇ ਉਲਟ ਇੱਕ ਹੁੰਦਾ ਹੈ ਉੱਤਲ ਦਰਪਣ ਯਾਨੀ ਕਨਵੈਕਸ ਮਿਰਰ। ਇਹ ਬਾਹਰ ਵੱਲ ਉਭਰਿਆ ਹੁੰਦਾ ਹੈ ਅਤੇ ਪ੍ਰਕਾਸ਼ ਨੂੰ ਫੈਲਾਉਂਦਾ ਹੈ ਯਾਨੀ ਡਾਇਵਰਜ ਕਰਦਾ ਹੈ। ਇਹ ਹਮੇਸ਼ਾ ਇੱਕ ਛੋਟਾ ਚਿੱਤਰ ਬਣਾਉਂਦਾ ਹੈ ਪਰ ਬਹੁਤ ਵੱਡੇ ਖੇਤਰ ਦਾ ਦ੍ਰਿਸ਼ ਦਿਖਾਉਂਦਾ ਹੈ। ਇਹੀ ਕਾਰਨ ਹੈ ਕਿ ਇਸ ਨੂੰ ਗੱਡੀਆਂ ਦੇ ਸਾਈਡ ਮਿਰਰਾਂ ਵਿੱਚ ਵਰਤਿਆ ਜਾਂਦਾ ਹੈ ਤਾਂ ਜੋ ਪਿੱਛੇ ਦਾ ਜ਼ਿਆਦਾ ਤੋਂ ਜ਼ਿਆਦਾ ਹਿੱਸਾ ਨਜ਼ਰ ਆ ਸਕੇ। ਅਤੇ ਜਦੋਂ ਪ੍ਰਕਾਸ਼ ਦੀ ਗੱਲ ਹੋਵੇ ਤੇ ਸਤਰੰਗੀ ਪੀਂਗ ਦਾ ਜ਼ਿਕਰ ਨਾ ਹੋਵੇ, ਇਹ ਤਾਂ ਹੋ ਹੀ ਨਹੀਂ ਸਕਦਾ। ਸਤਰੰਗੀ ਪੀਂਗ ਇਸ ਗੱਲ ਦਾ ਸਭ ਤੋਂ ਖੂਬਸੂਰਤ ਸਬੂਤ ਹੈ ਕਿ ਸੂਰਜ ਦੀ ਸਫੈਦ ਰੌਸ਼ਨੀ ਅਸਲ ਵਿੱਚ 7 ਰੰਗਾਂ ਦਾ ਮਿਸ਼ਰਣ ਹੈ। ਜਦੋਂ ਸੂਰਜ ਦੀ ਰੌਸ਼ਨੀ ਬਾਰਿਸ਼ ਦੀਆਂ ਬੂੰਦਾਂ ਵਿੱਚੋਂ ਲੰਘਦੀ ਹੈ ਤਾਂ ਹਰ ਬੂੰਦ ਇੱਕ ਛੋਟੇ ਪ੍ਰਿਜ਼ਮ ਵਾਂਗ ਕੰਮ ਕਰਦੀ ਹੈ ਅਤੇ ਉਸ ਚਿੱਟੇ ਪ੍ਰਕਾਸ਼ ਨੂੰ ਆਪਣੇ 7 ਰੰਗਾਂ ਵਿਬਗਯੌਰ ਵਿੱਚ ਖਿਲਾਰ ਦਿੰਦੀ ਹੈ। ਇਸ ਖੂਬਸੂਰਤ ਵਰਤਾਰੇ ਨੂੰ ਵਿਖੇਪਣ ਯਾਨੀ ਕਿ ਡਿਸਪਰਜਨ ਕਿਹਾ ਜਾਂਦਾ ਹੈ। ਪਤਾ ਹੈ, ਸਾਡੀ ਆਪਣੀ ਅੱਖ ਵੀ ਇੱਕ ਕੈਮਰੇ ਵਾਂਗ ਕੰਮ ਕਰਦੀ ਹੈ। ਇਸ ਵਿੱਚ ਇੱਕ ਉੱਤਲ ਲੈਂਜ਼ ਯਾਨੀ ਕਨਵੈਕਸ ਲੈਂਜ਼ ਹੁੰਦਾ ਹੈ ਜੋ ਪ੍ਰਕਾਸ਼ ਨੂੰ ਰੈਟੀਨਾ ਨਾਮਕ ਪਰਦੇ ਤੇ ਫੋਕਸ ਕਰਦਾ ਹੈ। ਇਹੀ ਉੱਤਲ ਲੈਂਜ਼ ਵਰਦਰਸ਼ੀ ਸ਼ੀਸ਼ਿਆਂ ਵਿੱਚ ਚੀਜ਼ਾਂ ਨੂੰ ਵੱਡਾ ਕਰਕੇ ਦਿਖਾਉਂਦਾ ਹੈ, ਜਦਕਿ ਅਵਤਲ ਲੈਂਜ਼ ਯਾਨੀ ਕੌਨਕੇਵ ਲੈਂਜ਼ ਚੀਜ਼ਾਂ ਨੂੰ ਛੋਟਾ ਕਰਕੇ ਦਿਖਾਉਂਦਾ ਹੈ। ਅਤੇ ਇੱਥੇ ਸਾਨੂੰ ਲੂਈ ਬ੍ਰੇਲ ਨੂੰ ਯਾਦ ਕਰਨਾ ਚਾਹੀਦਾ ਹੈ, ਜਿਨ੍ਹਾਂ ਨੇ ਨੇਤਰਹੀਣਾਂ ਲਈ ਬ੍ਰੇਲ ਲਿਪੀ ਦੀ ਕਾਢ ਕੱਢੀ, ਜੋ ਦੁਨੀਆ ਨੂੰ ਦੇਖਣ ਦਾ ਇੱਕ ਬਿਲਕੁਲ ਨਵਾਂ ਤਰੀਕਾ ਹੈ। ਪ੍ਰਕਾਸ਼ ਅਤੇ ਧੁਨੀ ਵਾਂਗ ਹੀ ਬਿਜਲੀ ਵੀ ਊਰਜਾ ਦਾ ਇੱਕ ਬਹੁਤ ਸ਼ਕਤੀਸ਼ਾਲੀ ਰੂਪ ਹੈ। ਆਓ ਹੁਣ ਦੇਖੀਏ ਕਿ ਅਸੀਂ ਇਸ ਨੂੰ ਆਪਣੇ ਘਰਾਂ ਵਿੱਚ ਕਿਵੇਂ ਕਾਬੂ ਕਰਦੇ ਹਾਂ ਅਤੇ ਕੁਦਰਤ ਇਸ ਨੂੰ ਕਿੰਨੇ ਵਿਸ਼ਾਲ ਅਤੇ ਭਿਆਨਕ ਪੱਧਰ ਤੇ ਪ੍ਰਦਰਸ਼ਿਤ ਕਰਦੀ ਹੈ। ਸਾਡੇ ਸਾਰਿਆਂ ਦੇ ਘਰਾਂ ਵਿੱਚ ਇੱਕ ਛੋਟਾ ਜਿਹਾ ਚੁੱਪ ਹੀਰੋ ਹੁੰਦਾ ਹੈ ਜਿਸ ਨੂੰ ਫਿਊਜ਼ ਕਹਿੰਦੇ ਹਨ। ਇਹ ਇੱਕ ਸੁਰੱਖਿਆ ਉਪਕਰਣ ਹੈ। ਇਸ ਦੇ ਅੰਦਰ ਇੱਕ ਖਾਸ ਤਾਰ ਹੁੰਦੀ ਹੈ ਜਿਸ ਦਾ ਪਿਘਲਣ ਬਿੰਦੂ ਯਾਨੀ ਮੈਲਟਿੰਗ ਪੁਆਇੰਟ ਬਹੁਤ ਘੱਟ ਹੁੰਦਾ ਹੈ। ਜਦੋਂ ਵੀ ਸਰਕਿਟ ਵਿੱਚ ਲੋਡ ਤੋਂ ਵੱਧ ਕਰੰਟ ਆਉਂਦਾ ਹੈ, ਜਿਸ ਨੂੰ ਓਵਰਲੋਡਿੰਗ ਕਹਿੰਦੇ ਹਨ, ਤਾਂ ਇਹ ਤਾਰ ਗਰਮ ਹੋ ਕੇ ਪਿਘਲ ਜਾਂਦੀ ਹੈ। ਇਸ ਤਰ੍ਹਾਂ ਸਰਕਿਟ ਟੁੱਟ ਜਾਂਦਾ ਹੈ, ਬਿਜਲੀ ਰੁਕ ਜਾਂਦੀ ਹੈ ਅਤੇ ਸਾਡੇ ਕੀਮਤੀ ਉਪਕਰਣ ਸੜਨ ਤੋਂ ਬਚ ਜਾਂਦੇ ਹਨ। ਇਹ ਕਰੰਟ ਦੇ ਤਾਪੀ ਪ੍ਰਭਾਵ ਤੇ ਕੰਮ ਕਰਦਾ ਹੈ। ਬਿਜਲੀ ਦਾ ਸਿਰਫ ਤਾਪੀ ਪ੍ਰਭਾਵ ਹੀ ਨਹੀਂ, ਸਗੋਂ ਇੱਕ ਚੁੰਬਕੀ ਪ੍ਰਭਾਵ ਵੀ ਹੈ। ਇਸੇ ਸਿਧਾਂਤ ਤੇ ਕੰਮ ਕਰਦਾ ਹੈ ਵਿਦਯੁਤ ਚੁੰਬਕ ਯਾਨੀ ਕਿ ਇਲੈਕਟ੍ਰੋਮੈਗਨੇਟ, ਜਿਸ ਦੀ ਖੋਜ ਹੰਸ ਕ੍ਰਿਸਚੀਅਨ ਔਰਸਟੇਡ ਨੇ ਕੀਤੀ ਸੀ। ਜਦੋਂ ਕਿਸੇ ਤਾਰ ਵਿੱਚੋਂ ਬਿਜਲੀ ਲੰਘਾਈ ਜਾਂਦੀ ਹੈ ਤਾਂ ਉਹ ਇੱਕ ਚੁੰਬਕ ਵਾਂਗ ਕੰਮ ਕਰਨ ਲੱਗ ਪੈਂਦੀ ਹੈ।
ਕਬਾੜਖਾਨਿਆਂ ਵਿੱਚ ਵੱਡੀਆਂ-ਵੱਡੀਆਂ ਕਰੇਨਾਂ ਇਸੇ ਦੀ ਵਰਤੋਂ ਕਰਕੇ ਲੋਹੇ ਦਾ ਭਾਰੀ ਭਰਕਮ ਸਮਾਨ ਚੁੱਕਦੀਆਂ ਹਨ। ਬਿਜਲੀ ਚਾਲੂ, ਚੁੰਬਕ ਚਾਲੂ, ਬਿਜਲੀ ਬੰਦ, ਚੁੰਬਕ ਬੰਦ। ਕਿੰਨਾ ਕਮਾਲ ਦਾ ਸਿਧਾਂਤ ਹੈ। ਹੁਣ ਆਓ ਕੁਦਰਤ ਦੇ ਸ਼ਕਤੀਸ਼ਾਲੀ ਪ੍ਰਦਰਸ਼ਨਾਂ ਤੇ ਇੱਕ ਨਜ਼ਰ ਮਾਰੀਏ। ਆਕਾਸ਼ੀ ਬਿਜਲੀ ਬੱਦਲਾਂ ਵਿੱਚ ਚਾਰਜ ਇਕੱਠਾ ਹੋਣ ਕਰਕੇ ਡਿੱਗਦੀ ਹੈ। ਉੱਚੀਆਂ ਇਮਾਰਤਾਂ ਨੂੰ ਇਸ ਤੋਂ ਬਚਾਉਣ ਲਈ ਇੱਕ ਤੜਿਤ ਚਾਲਕ ਯਾਨੀ ਲਾਈਟਨਿੰਗ ਕੰਡਕਟਰ ਲਗਾਇਆ ਜਾਂਦਾ ਹੈ। ਇਹ ਬਿਜਲੀ ਨੂੰ ਸਿੱਧਾ ਜ਼ਮੀਨ ਵਿੱਚ ਜਾਣ ਲਈ ਇੱਕ ਸੁਰੱਖਿਅਤ ਰਸਤਾ ਦਿੰਦਾ ਹੈ। ਦੂਜੇ ਪਾਸੇ ਧਰਤੀ ਦੇ ਅੰਦਰ ਦੀ ਹਲਚਲ ਯਾਨੀ ਭੂਚਾਲ ਨੂੰ ਮਾਪਣ ਲਈ ਸਿਸਮੋਗ੍ਰਾਫ ਯਾਨੀ ਸੀਸਮੋਗ੍ਰਾਫ ਦੀ ਵਰਤੋਂ ਹੁੰਦੀ ਹੈ ਅਤੇ ਇਸ ਦੀ ਤੀਵਰਤਾ ਨੂੰ ਰਿਕਟਰ ਸਕੇਲ ਤੇ ਦਰਜ ਕੀਤਾ ਜਾਂਦਾ ਹੈ। ਪਰ ਯਾਦ ਰੱਖੋ, ਰਿਕਟਰ ਸਕੇਲ ਕੋਈ ਸਾਧਾਰਨ ਗਿਣਤੀ ਨਹੀਂ ਹੈ। ਇਹ ਇੱਕ ਲੋਗਾਰਿਦਮਿਕ ਸਕੇਲ ਹੈ। ਇਸ ਦਾ ਮਤਲਬ ਹੈ ਕਿ ਸਕੇਲ ਤੇ ਹਰ ਅਗਲਾ ਨੰਬਰ ਪਿਛਲੇ ਨਾਲੋਂ 10 ਗੁਣਾ ਜ਼ਿਆਦਾ ਤਬਾਹੀ ਵਾਲੀ ਊਰਜਾ ਦਰਸਾਉਂਦਾ ਹੈ। ਇਸ ਦਾ ਮਤਲਬ ਇਹ ਹੋਇਆ ਕਿ 7 ਦੀ ਤੀਵਰਤਾ ਵਾਲਾ ਭੂਚਾਲ 6 ਵਾਲੇ ਨਾਲੋਂ ਸਿਰਫ ਥੋੜਾ ਜਿਹਾ ਜ਼ਿਆਦਾ ਨਹੀਂ, ਸਗੋਂ 10 ਗੁਣਾ ਜ਼ਿਆਦਾ ਸ਼ਕਤੀਸ਼ਾਲੀ ਹੁੰਦਾ ਹੈ। ਇਹ ਇੱਕ ਵੱਡੇ ਟਰੱਕ ਅਤੇ ਇੱਕ ਛੋਟੀ ਕਾਰ ਦੇ ਟਕਰਾਉਣ ਜਿੰਨਾ ਫਰਕ ਹੈ। ਸੈਕਸ਼ਨ 6 ਪੁਲਾੜ ਦੀ ਇੱਕ ਯਾਤਰਾ। ਹੁਣ ਤੱਕ ਅਸੀਂ ਧਰਤੀ ਤੇ ਲਾਗੂ ਹੋਣ ਵਾਲੇ ਨਿਯਮਾਂ ਦੀ ਗੱਲ ਕੀਤੀ। ਚਲੋ ਹੁਣ ਇਹਨਾਂ ਹੀ ਨਿਯਮਾਂ ਨੂੰ ਨਾਲ ਲੈ ਕੇ ਪੁਲਾੜ ਦੀ ਇੱਕ ਛੋਟੀ ਜੀ ਯਾਤਰਾ ਕਰੀਏ ਅਤੇ ਆਪਣੇ ਬ੍ਰਹਮੰਡੀ ਘਰ ਯਾਨੀ ਸੌਰ ਮੰਡਲ ਨੂੰ ਦੇਖੀਏ। ਅਸੀਂ ਬਚਪਨ ਤੋਂ ਸੁਣਦੇ ਆਏ ਹਾਂ ਕਿ ਧਰੁਵ ਤਾਰਾ ਯਾਨੀ ਕਿ ਪੋਲ ਸਟਾਰ ਹਮੇਸ਼ਾ ਉੱਤਰ ਦਿਸ਼ਾ ਵਿੱਚ ਇੱਕ ਹੀ ਥਾਂ ਤੇ ਟਿਕਿਆ ਰਹਿੰਦਾ ਹੈ। ਪਰ ਅਜਿਹਾ ਕਿਉਂ ਹੈ? ਇਸ ਦਾ ਕਾਰਨ ਬਹੁਤ ਹੀ ਸੁੰਦਰ ਅਤੇ ਸਧਾਰਨ ਹੈ। ਸੋਚੋ ਕਿ ਤੁਸੀਂ ਇੱਕ ਘੁੰਮਦੇ ਹੋਏ ਝੂਲੇ ਦੇ ਬਿਲਕੁਲ ਕੇਂਦਰ ਵਿੱਚ ਹੋ। ਤੁਹਾਨੂੰ ਬਾਹਰ ਦੀ ਹਰ ਚੀਜ਼ ਘੁੰਮਦੀ ਹੋਈ ਦਿਖਾਈ ਦੇਵੇਗੀ ਸਿਵਾਏ ਉਸ ਇੱਕ ਬਿੰਦੂ ਦੇ ਜੋ ਠੀਕ ਤੁਹਾਡੇ ਉੱਪਰ ਧੁਰੀ ਦੀ ਸੇਧ ਵਿੱਚ ਹੈ। ਧਰੁਵ ਤਾਰਾ ਸਾਡੀ ਧਰਤੀ ਤੇ ਘੁੰਮਣ ਵਾਲੀ ਧੁਰੀ ਯਾਨੀ ਐਕਸਿਸ ਆਫ ਰੋਟੇਸ਼ਨ ਦੀ ਸੇਧ ਵਿੱਚ ਉਹੀ ਇੱਕ ਸਥਿਰ ਬਿੰਦੂ ਹੈ। ਇਸੇ ਲਈ ਸਦੀਆਂ ਤੋਂ ਯਾਤਰੀ ਇਸ ਨੂੰ ਕੁਦਰਤੀ ਕੰਪਾਸ ਵਜੋਂ ਵਰਤਦੇ ਆਏ ਹਨ। ਸਾਡੇ ਗ੍ਰਹਿ ਗੁਆਂਢੀ ਵੀ ਅਜੂਬਿਆਂ ਨਾਲ ਭਰੇ ਹੋਏ ਹਨ, ਜਿਵੇਂ ਕਿ ਸ਼ੁਕਰ ਗ੍ਰਹਿ, ਜੋ ਸੂਰਜ ਦੇ ਸਭ ਤੋਂ ਨੇੜੇ ਨਾ ਹੋਣ ਦੇ ਬਾਵਜੂਦ ਵੀ ਆਪਣੇ ਸੰਘਣੇ ਵਾਯੂਮੰਡਲ ਕਾਰਨ ਸਭ ਤੋਂ ਗਰਮ ਗ੍ਰਹਿ ਹੈ। ਇਸ ਨੂੰ ਰਨਅਵੇ ਗ੍ਰੀਨਹਾਊਸ ਪ੍ਰਭਾਵ ਕਿਹਾ ਜਾਂਦਾ ਹੈ। ਅਤੇ ਹੁਣ ਸ਼ਨੀ ਦੀ ਗੱਲ ਕਰੀਏ। ਇਸ ਦੀ ਘਣਤਾ ਯਾਨੀ ਡੈਂਸਿਟੀ ਪਾਣੀ ਤੋਂ ਵੀ ਘੱਟ ਹੈ। ਇਸ ਦਾ ਮਤਲਬ ਹੈ ਕਿ ਜੇਕਰ ਅਸੀਂ ਇੱਕ ਇੰਨਾ ਵੱਡਾ ਸਮੁੰਦਰ ਲੱਭ ਸਕੀਏ ਜਿਸ ਵਿੱਚ ਸ਼ਨੀ ਨੂੰ ਰੱਖਿਆ ਜਾ ਸਕੇ ਤਾਂ ਉਹ ਡੁੱਬੇਗਾ ਨਹੀਂ, ਸਗੋਂ ਇੱਕ ਵਿਸ਼ਾਲ ਗੇਂਦ ਵਾਂਗ ਤੈਰਨ ਲੱਗੇਗਾ। ਤਾਂ ਐਸੀ ਭੌਤਿਕ ਵਿਗਿਆਨ ਦੇ ਕੁਝ ਮੁੱਖ ਸਿਧਾਂਤਾਂ ਦੀ ਸਾਡੀ ਛੋਟੀ ਜਿਹੀ ਖੋਜ। ਅਸੀਂ ਦੇਖਿਆ ਹੈ ਕਿ ਕਾਰ ਦਾ ਸਾਈਡ ਮਿਰਰ ਹੋਵੇ, ਫਿਊਜ਼ ਦਾ ਕੰਮ ਕਰਨਾ ਹੋਵੇ ਜਾਂ ਸੂਟਕੇਸ ਵਿੱਚ ਲੱਗੇ ਪਹੀਏ ਹੋਣ, ਇਨ੍ਹਾਂ ਸਾਰਿਆਂ ਦੇ ਪਿੱਛੇ ਫਿਜ਼ਿਕਸ ਦੇ ਠੋਸ ਸਿਧਾਂਤ ਕੰਮ ਕਰਦੇ ਹਨ। ਇੱਕ ਛੋਟੀ ਜਿਹੀ ਕਿਲ ਤੋਂ ਲੈ ਕੇ ਇੱਕ ਵਿਸ਼ਾਲ ਗ੍ਰਹਿ ਤੱਕ ਬ੍ਰਹਮੰਡ ਦੇ ਨਿਯਮ ਹਰ ਥਾਂ ਇੱਕੋ ਜਿਹੇ ਹੀ ਲਾਗੂ ਹੁੰਦੇ ਹਨ। ਇਸ ਸਫ਼ਰ ਦੇ ਅੰਤ ਵਿੱਚ ਅਸੀਂ ਇੱਕ ਸਵਾਲ ਛੱਡ ਜਾਂਦੇ ਹਾਂ। ਅਸੀਂ ਹੁਣੇ ਗੱਲ ਕੀਤੀ ਕਿ ਜੇ ਸ਼ਨੀ ਨੂੰ ਪਾਣੀ ਵਿੱਚ ਰੱਖੀਏ ਤਾਂ ਉਹ ਤੈਰੇਗਾ। ਪਰ ਸਵਾਲ ਇਹ ਹੈ ਕਿ ਅਸੀਂ ਇਹ ਜਾਣਦੇ ਕਿਵੇਂ ਹਾਂ? ਵਿਗਿਆਨੀ ਸਾਡੇ ਤੋਂ ਲੱਖਾਂ ਕਰੋੜਾਂ ਕਿਲੋਮੀਟਰ ਦੂਰ ਇੱਕ ਗ੍ਰਹਿ ਦੀ ਘਣਤਾ ਨੂੰ ਉਸ ਤੇ ਉਤਰੇ ਬਿਨਾਂ ਜਾਂ ਉਸ ਦਾ ਕੋਈ ਨਮੂਨਾ ਲਏ ਬਿਨਾਂ ਆਖਿਰ ਮਾਪ ਕਿਵੇਂ ਲੈਂਦੇ ਹਨ? ਇਸ ਬਾਰੇ ਸੋਚਿਓ ਜ਼ਰੂਰ। ਸੁਣਨ ਲਈ ਬਹੁਤ-ਬਹੁਤ ਧੰਨਵਾਦ।